मैं GST 3B फाइल करन लगे एक फार्म है ਉਹਦੀ मैं लॉगिन कर लिया GST ਦੇ ਉੱਤੇ। ਹੁਣ मैं रिटर्नस टू रिटर्न डैशबोर्ड ਤੇ चले गया। रिटर्न डैशबोर्ड ਤੇ ਗਿਆ ਤੇ ਇੱਥੇ मैं ਤੁਹਾਨੂੰ ਇੱਕ ਪਹਿਲਾਂ ਹੋਰ ਚੀਜ਼ ਦਿਖਾਉਣਾ। रिटर्न डैशबोर्ड ਤੋਂ ਪਹਿਲਾਂ ਨਾ ਸਿੰਪਲੀ डैशबोर्ड ਤੇ ਕਲਿੱਕ ਕੀਤਾ, ਮੇਨ ਸਕਰੀਨ ਤੇ मैं ਦੁਬਾਰਾ ਆ ਜਾਵਾਂ ਵਾਪਸ। ਇੱਥੇ ਮੈਂ ਇਹ ਦੇਖ ਰਿਹਾ 631 ਰੁਪਏ ਇਹਦੇ ਕੋਲੇ ਪਹਿਲਾਂ ਦਾ ਇਨਪੁਟ ਪਿਆ, 631 ਰੁਪਏ ਸੈਂਟਰ ਦਾ, 631 ਰੁਪਏ ਸਟੇਟ ਦਾ। ਇਹ ਪ੍ਰੀਵੀਅਸ ਬੈਲੈਂਸ ਇਲੈਕਟ੍ਰੋਨਿਕ ਕ੍ਰੈਡਿਟ ਲੈਜਰ ਹੈ। ਇਹਦਾ ਮਤਲਬ ਹੈ ਵੀ ਕਿ ਪਿਛਲੇ ਪੀਰੀਅਡ ਦੇ ਵਿੱਚ ਪਰਚੇਜ਼ ਕੀਤੀ ਹੋਈ ਦੇ ਉੱਤੇ ਇਹ ਟੈਕਸ ਪੇ ਕੀਤਾ ਹੋਇਆ, ਜਿਹੜਾ ਇਨਪੁਟ ਟੈਕਸ ਜਮ੍ਹਾਂ ਆਲਰੇਡੀ ਗੌਰਮੈਂਟ ਵੱਲੋਂ ਪਿਆ, ਇਹ ਆਪਾਂ ਲੈਣੇ ਆ। ਇੰਨੇ ਪੈਸੇ ਸਰਕਾਰ ਤੋਂ ਅਸੀਂ ਲੈਣੇ ਆ। ਕੀ ਕਰਨੇ ਲੈਣੇ ਦਾ ਮਤਲਬ ਹੈ ਕਿ ਜਦੋਂ ਅਸੀਂ ਹੁਣ ਇਸ ਰਿਟਰਨ ਨੂੰ ਭਰਨਾ ਹੈ, ਜਿਹੜਾ ਟੈਕਸ ਪੇਮੈਂਟ ਜਿਹੜੀ ਦੇਣਦਾਰੀ ਬਣੂਗੀ ਉਹਦੇ 'ਚੋਂ 631 ਰੁਪਏ ਸਾਨੂੰ ਘੱਟ ਪੇ ਕਰਨੇ ਪੈਣਗੇ। ਮੈਂ ਫਾਈਲ ਰਿਟਰਨਸ 'ਤੇ ਚਲੇ ਗਿਆ, ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਕੀ ਹੈ। GSTR 1 ਆਲਰੇਡੀ ਫਿਲ ਕੀਤੀ ਹੋਈ ਹੈ। GSTR 1 ਆਪਾਂ ਦਸੰਬਰ ਦੀ ਰਿਟਰਨ ਭਰਨੀ ਹੈ, ਸੋ ਇਹ ਕੁਆਟਰ 3 ਦੇ ਦਸੰਬਰ ਦਾ ਪੀਰੀਅਡ ਚੂਜ਼ ਕਰ ਲਿਆ। ਸਾਰੀ ਬਾਹਰੋਂ ਆਵਾਜ਼ ਆਉਂਦੀ ਹੈ ਬਟ ਕੋਸ਼ਿਸ਼ ਕਰਦਾ ਕਿ ਆਪਾਂ ਐਕਸਪਲੇਨ ਕਰ ਸਕੀਏ। GSTR 1 ਆਲਰੇਡੀ ਫਾਈਲ ਕੀਤੀ ਹੋਈ ਹੈ। ਇਹਦੇ ਨਾਲ ਅਸੀਂ ਦੱਸ ਦਿੱਤਾ ਕਿ ਇਸ ਮਹੀਨੇ ਵਿੱਚ ਸਾਡੀ ਸੇਲ ਕੀ ਹੈ। ਇਹ ਆਪਾਂ ਵਿਊ ਨਾਲ ਦੇਖ ਸਕਦੇ ਹਾਂ। ਇਹਦੇ ਤੋਂ ਕੰਪਿਊਟਰ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਸੇਲ ਕਿੰਨੀ ਹੈ, ਸਾਡੀ ਟੈਕਸ ਦੀ ਲਾਇਬਿਲਿਟੀ ਕਿੰਨੀ ਹੈ। ਕੰਪਿਊਟਰ ਨੂੰ ਜਾਂ ਸੇ ਕਿ ਗੌਰਮੈਂਟ ਨੂੰ ਆਲਰੇਡੀ ਸਾਡੇ ਵੱਲੋਂ ਇਹ ਜਾ ਚੁੱਕਿਆ ਆ ਕਿ ਸਾਡੀ ਟੋਟਲ ਟੈਕਸ ਦੀ ਲਾਇਬਿਲਿਟੀ ਕਿੰਨੀ ਹੈ। ਉਹ ਇੱਥੇ ਆਪਾਂ ਨੂੰ GSTR 3B ਭਰਨ ਲੱਗਿਆ ਫਿਲ ਨਹੀਂ ਕਰਨੀ ਪਊਗੀ, ਆਟੋਮੈਟਿਕਲੀ GSTR 1 ਤੋਂ GSTR 3B ਦੇ ਵਿੱਚ ਫਿਗਰ ਤੁਹਾਨੂੰ ਮੈਂ ਦਿਖਾਉਣਾ ਆਪੇ ਆ ਜਾਣੀ ਹੈ। ਇੱਕ ਚੀਜ਼ ਇਹ ਦਿਖਾਉਣਾ GSTR 2B ਇਹ ਕੀ ਹੁੰਦੀ ਹੈ, ਜਿਹੜੀ ਇਹ ਕੰਪਨੀ ਨੇ ਪਰਚੇਜ਼ ਕੀਤੀ ਹੈ ਡਿਊਰਿੰਗ ਦੀ ਮੰਥ, ਜਿਹੜੇ ਮੰਥ ਦੀ ਰਿਟਰਨ ਭਰਦੇ ਆ। ਜਿਵੇਂ ਹੁਣ ਜਨਵਰੀ ਚੱਲ ਰਿਹਾ, 20 ਜਨਵਰੀ ਲਾਸਟ ਡੇਟ ਆ, ਅੱਜ 19 ਤਰੀਕ ਹੈ। ਤੋ ਜਨਵਰੀ ਹੁਣ ਚੱਲ ਰਿਹਾ, ਦਸੰਬਰ ਦੀ ਮੈਂ ਰਿਟਰਨ ਭਰ ਰਿਹਾ, ਦਸੰਬਰ 21 ਦੀ। ਦਸੰਬਰ 21 ਦੇ ਵਿੱਚ ਜਿਹੜੀ ਪਰਚੇਜ਼ ਕੀਤੀ ਹੋਈ ਹੈ ਉਹ ਜਿੰਨੀ ਮੈਂ ਮਰਜ਼ੀ ਕਹਿ ਲਵਾਂ ਗੌਰਮੈਂਟ ਨਹੀਂ ਮੰਨੂਗੀ। ਗੌਰਮੈਂਟ ਉਹ ਮੰਨੂਗੀ ਜਿਨ੍ਹਾਂ ਤੋਂ ਮੈਂ ਪਰਚੇਜ਼ ਕੀਤੀ ਆ ਉਹਨਾਂ ਨੇ GSTR 1 ਭਰਤੀ। ਭਰਨ ਤੋਂ ਬਾਅਦ ਉਹ ਇੱਥੇ ਆਟੋਮੈਟਿਕਲੀ ਸ਼ੋ ਹੋ ਜਾਂਦੀ ਹੈ। GSTR 2B ਨੂੰ ਕਲਿੱਕ ਕਰਕੇ ਓਪਨ ਕਰੋ, ਆ ਵਿਊ 'ਤੇ ਕਲਿੱਕ ਕਰ ਲਓ। ਆਪਾਂ GSTR 2B ਓਪਨ ਕਰਦੇ ਹਾਂ ਤਾਂ ਕੰਪਿਊਟਰ ਸਾਨੂੰ ਇੱਥੇ ਆਪੇ ਸ਼ੋ ਕਰ ਦਊਗਾ ਕਿ ਸਾਡੀ ਜਿਹੜੀ ਪਰਚੇਜ਼ ਹੈ, ਆਹ ਦੇਖੋ ਆਪਣਾ ਜਿਹੜਾ ਟੈਕਸ ਪੇ ਕੀਤਾ ਹੋਇਆ 187 ਰੁਪਏ 80 ਪੈਸੇ ਸੈਂਟਰ ਨੂੰ, ਇੰਨਾ ਹੀ ਸਟੇਟ ਨੂੰ। ਇਹ ਡਿਊਰਿੰਗ ਦੀ ਮੰਥ ਆਫ ਦਸੰਬਰ ਹੈ, ਯਾਨੀ ਜਿਹੜੇ ਮਹੀਨੇ 'ਚ ਆਪਾਂ ਨੇ ਰਿਟਰਨ ਭਰ ਰਹੇ ਹਾਂ। ਹੁਣ ਜਨਵਰੀ ਹੈ, ਦਸੰਬਰ ਦੀ ਰਿਟਰਨ ਭਰ ਰਹੇ, ਦਸੰਬਰ ਨੂੰ ਜਿਹੜੀ ਸਾਡੀ ਪਰਚੇਜ਼ ਹੈ ਉਹਦੀ 187 ਰੁਪਏ ਟੈਕਸ ਅਸੀਂ ਪੇ ਕੀਤਾ। ਕਿੰਨੇ ਬਿੱਲ ਨੇ ਜੇ ਦੇਖਣੇ ਹੁਣ, ਮੈਂ ਪਹਿਲਾਂ ਐਰੋ 'ਤੇ ਕਲਿੱਕ ਕਰਕੇ ਇਹਦੇ 'ਚੋਂ ਆ ਡਿਟੇਲ ਕੱਢੀ, ਫਿਰ ਮੈਂ B2B ਇਨਵਾਇਸਿਸ 'ਤੇ ਜਦੋਂ ਕਲਿੱਕ ਕਰੂੰਗਾ ਫਰਦਰ ਕੰਪਿਊਟਰ ਮੈਨੂੰ ਸ਼ੋ ਕਰ ਦੂਗਾ ਇਹਨਾਂ ਦਾ ਇੱਕੋ ਹੀ ਬਿੱਲ ਪਰਚੇਜ਼ ਕੀਤਾ ਹੋਇਆ ਕ੍ਰਿਸ਼ਨਾ ਸਟੇਸ਼ਨਰੀ ਮਾਰਟ ਤੋਂ। ਆ ਇਨਵਾਇਸ ਨੰਬਰ ਹੈ, ਇਹ 'ਤੇ ਫਰਦਰ ਕਲਿੱਕ ਕਰਕੇ ਆਪਾਂ ਅੱਗੋਂ ਵੀ ਡਿਟੇਲ ਦੇਖ ਸਕਦੇ ਹਾਂ। 12% ਦੇ ਰੇਟ ਵਾਲਾ 3130 ਰੁਪਏ ਟੈਕਸੇਬਲ ਅਮਾਊਂਟ ਦਾ ਸਮਾਨ ਖਰੀਦਿਆ ਹੋਇਆ ਹੈ। ਤੋ ਇਹ ਵੀ ਟੈਕਸ ਸਰਕਾਰ ਕੋਲੇ ਸਾਡਾ ਗਿਆ ਹੋਇਆ, ਇਹ ਵੀ ਆਪਾਂ ਲੈਣੇ ਆ। ਇਹ ਵੀ ਇਨਪੁਟ ਟੈਕਸ ਕ੍ਰੈਡਿਟ ਦਾ ਕਰੰਟ ਬੈਲੈਂਸ ਹੈ ਇਸ ਮਹੀਨੇ ਦਾ। ਆਪਾਂ ਵਾਪਸ ਸਮਰੀ ਨਾਲ ਪਿੱਛੇ ਚੱਲਦੇ ਹਾਂ, ਇਹ ਇੱਥੋਂ ਵੀ ਪਿੱਛੇ ਚੱਲਦੇ ਹਾਂ। ਇਹਦੇ ਵਿੱਚ ਅਸੀਂ ਕੰਮ ਕੋਈ ਨਹੀਂ ਕਰਨਾ, ਸਿਰਫ ਇਹ ਦੇਖਣਾ ਕਿ ਯੈਸ ਇੰਨੀ ਹੋਈ ਸਾਡੀ ਪਰਚੇਜ਼ ਹੈ। ਹੋ ਸਕਦਾ ਕਿ ਆਪਾਂ ਨੇ ਪਰਚੇਜ਼ ਹੋਰ ਵੀ ਕੀਤੀ ਹੋਵੇ ਔਰ ਇੱਥੇ ਨਾ ਆਈ ਹੋਵੇ। ਇਹਦਾ ਮਤਲਬ ਇਹ ਵੀ ਜੇ ਅਸੀਂ ਕੋਈ ਹੋਰ ਪਰਚੇਜ਼ ਕੀਤੀ ਹੈ, ਆਪਣੇ ਕੋਲ ਬਿੱਲ ਹੈ ਲੇਕਿਨ ਇੱਥੇ ਨਹੀਂ ਆਇਆ, ਤਾਂ ਇਹਦਾ ਮਤਲਬ ਇਹ ਹੈ ਵੀ ਉਹ ਪਾਰਟੀ ਨੇ ਆਪਣੀ GSTR 1 ਟਾਈਮ 'ਤੇ ਨਹੀਂ ਭਰੀ। ਲੇਕਿਨ ਮੇਰੇ ਇਸ ਕੇਸ ਵਿੱਚ ਮੈਂ ਵੈਰੀਫਾਈ ਕਰ ਲਿਆ, ਸਾਡੀ ਇੱਕੋ ਹੀ ਪਰਚੇਜ਼ ਇਹੀ ਸੀ ਜੋ ਇੱਥੇ ਆਈ ਹੋਈ ਆ। ਹੋ ਸਕਦਾ ਸੀ ਜੇ ਇੱਦਾਂ ਹੋਵੇ ਵੀ ਆਪਾਂ ਨੇ ਪਰਚੇਜ਼ ਦੇ ਬਿੱਲ ਹੋਰ ਵੀ ਲਏ ਹੋਏ ਨੇ, ਆਪਾਂ ਟੈਕਸ ਆਲਰੇਡੀ ਹੋਰ ਵੀ ਕਿਸੇ ਨੂੰ ਪੇ ਕੀਤਾ ਆ, ਇੱਥੇ ਸ਼ੋ ਨਹੀਂ ਹੋ ਰਿਹਾ, ਇਹਦਾ ਮਤਲਬ ਕਿ ਉਹ ਪਰਸਨ ਜਿੱਥੋਂ ਆਪਾਂ ਸਮਾਨ ਖਰੀਦਿਆ ਉਹਨੇ ਆਪਣੀ ਰਿਟਰਨ ਟਾਈਮ 'ਤੇ ਨਹੀਂ ਭਰੀ, ਲੇਟ ਭਰੀ ਹੈ। ਅਤੇ ਜੇ ਲੇਟ ਭਰੀ ਹੈ ਤਾਂ ਗੌਰਮੈਂਟ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਜਾਂ ਗੌਰਮੈਂਟ ਨੇ ਇਹ ਆਰਡਰ ਕੀਤੇ ਹੋਏ ਨੇ ਕਿ ਜੇ ਅਗਰ ਉਹਨੇ ਰਿਟਰਨ ਨਹੀਂ ਭਰੀ ਤਾਂ ਤੁਸੀਂ ਉਹਦਾ ਕਲੇਮ ਹਾਲੇ ਨਾ ਲਾਓ। ਅਗਲੇ ਮਹੀਨੇ ਉਹ ਰਿਟਰਨ ਭਰ ਦੂਗਾ ਜਾਂ ਜਦੋਂ ਵੀ ਰਿਟਰਨ ਭਰੂਗਾ ਉਹ ਰਿਟਰਨ ਭਰੂਗਾ, ਉਸ ਤੋਂ ਬਾਅਦ ਤੁਸੀਂ ਉਹਦਾ ਕਲੇਮ ਲੈਣਾ ਹੈ। ਆਪਣੇ ਕੇਸ ਤਾਂ ਹੈ ਨਹੀਂ, ਬਟ ਜੇ ਹੋਵੇ ਤਾਂ ਸਾਨੂੰ ਉਹ ਕਲੇਮ ਹਾਲੇ ਰੁਕਣਾ ਪਊਗਾ। ਉਹਦਾ ਕਲੇਮ ਵੀ ਆਪਾਂ ਉਦੋਂ ਹੀ ਲਵਾਂਗੇ ਜਦੋਂ ਉਹ ਟੈਕਸ ਦੀ ਰਿਟਰਨ ਭਰੂਗਾ। ਇਸੇ ਕਰਕੇ ਇਹ ਸੁਜੈਸਟ ਕੀਤਾ ਜਾਂਦਾ ਹਰ ਇੱਕ ਦੁਕਾਨਦਾਰ ਨੂੰ ਕਿ ਜਦੋਂ ਆਪਾਂ ਪਰਚੇਜ਼ ਕਰਦੇ ਹਾਂ
ਤਾਂ ਉਸ ਤੋਂ ਬਾਅਦ ਆਪਾਂ ਦੇਖਣਾ ਰਿਟਰਨ ਭਰਤੀ ਉਹਨੇ, ਠੀਕ ਹੈ। ਜੇ ਨਹੀਂ ਰਿਟਰਨ ਭਰੀ ਤਾਂ ਅੱਗੋਂ ਤੋਂ ਉਸ ਪਰਸਨ ਦੇ ਨਾਲ ਜਾਂ ਜਿਹੜਾ ਪਰਸਨ ਰਿਟਰਨ ਟਾਈਮ 'ਤੇ ਨਹੀਂ ਭਰਦਾ ਉਸ ਪਰਸਨ ਦੇ ਨਾਲ ਡੀਲਿੰਗ ਨੂੰ ਅਵੋਇਡ ਕੀਤਾ ਜਾਵੇ। ਚਲੋ ਆਪਾਂ ਦਸੰਬਰ ਦੇ ਰਿਟਰਨਾਂ 'ਤੇ ਦੁਬਾਰਾ ਗਏ। ਇਹ ਤਾਂ ਮੈਂ ਪਹਿਲਾਂ ਦਿਖਾਇਆ ਸੀਗਾ GSTR 2B 'ਚ ਪਰਚੇਜ਼ ਆ ਗਈ, ਸੇਲ ਇੱਥੋਂ ਅਸੀਂ ਭਰੀ ਹੋਈ ਹੈ, ਇਹਦੀ ਲਾਸਟ ਡੇਟ 11 ਤਰੀਕ ਸੀ ਅਤੇ ਪਰਚੇਜ਼ ਆਟੋਮੈਟਿਕਲੀ ਆ ਗਈ। ਆਹ ਰਿਟਰਨ ਭਰਨ ਤੋਂ ਬਾਅਦ ਅਗਲੇ ਦਿਨ ਆਪਾਂ ਚੈੱਕ ਕਰਾਂਗੇ ਅਤੇ ਆਟੋਮੈਟਿਕਲੀ ਗੌਰਮੈਂਟ ਵੱਲੋਂ ਪਾਪੂਲੇਟ ਹੋ ਜਾਂਦੀ ਹੈ। ਹੁਣ ਜਿਹੜੀ ਮੈਂ ਹੁਣ ਰਿਟਰਨ ਭਰਨ ਲੱਗਿਆ ਉਹ ਹੈ GSTR 3B। ਮੈਂ GSTR 3B ਭਰਨ ਵਾਸਤੇ ਕਮਾਂਡ ਦਿੱਤੀ ਆਹ ਵਾਲੀ ਪ੍ਰੀਪੇਅਰ ਆਨਲਾਈਨ ਬਟਨ 'ਤੇ ਕਲਿੱਕ ਕੀਤਾ। ਫਿਰ ਉਹ ਮੈਨੂੰ ਪੁੱਛਦਾ ਆ, ਅੱਗੇ ਇੱਕ ਸਕਰੀਨ ਆਊਗੀ ਜਿਸ 'ਚੋਂ ਮੈਨੂੰ ਪੁੱਛੂਗਾ ਵੀ ਤੁਹਾਡੀ ਜਿਹੜੀ ਰਿਟਰਨ ਹੈ ਨਿਲ ਹੈ, ਯੈਸ ਕਿ ਨੋ। ਮੈਂ ਕਹੂੰਗਾ ਨਿਲ ਨਹੀਂ ਹੈਗੀ, ਇਹ ਨੋ 'ਤੇ ਕਲਿੱਕ ਕਰਕੇ ਮੈਂ ਨੈਕਸਟ ਕਰਤਾ ਅਤੇ ਉਹਨੇ ਫਿਰ ਕੀ ਕੀਤਾ, ਮੈਨੂੰ ਇਹ ਕਹਿਤਾ ਸਿਸਟਮ ਜਨਰੇਟਡ ਸਮਰੀ ਆਫ GSTR 3B। GSTR 1 ਭਰੀ ਹੋਈ ਹੈ, ਇਸ ਕਰਕੇ ਉਹਨੇ ਆਟੋਮੈਟਿਕਲੀ ਸੇਲ ਵੀ ਭਰ ਲਈ। GSTR 2B ਭਰੀ ਹੋਈ ਹੈ, ਜਨਰੇਟ ਹੋਈ ਹੋਈ ਹੈ, ਇਸ ਕਰਕੇ ਉਹਨੇ ਆਟੋਮੈਟਿਕਲੀ ਉਹਦੇ 'ਤੇ ਜਿਹੜਾ ਟੈਕਸ ਸਾਡਾ ਇਨਪੁੱਟ ਉਹ ਵੀ ਬਣਾਤਾ। ਯਾਨੀ ਇਹ ਸਾਰੀ ਸਮਰੀ ਬਹੁਤੀ ਰਿਟਰਨ ਇਹ ਆਪਣੇ ਆਪ ਹੀ ਭਰ ਦਊਗਾ। ਤੁਸੀਂ ਚੈੱਕ ਕਰੋ ਆਹ 3.1 ਕਾਲਮ ਦੇ ਵਿੱਚ ਆਪਾਂ ਭਰਨਾ ਹੁੰਦਾ ਆ ਕਿ ਸਾਡੀ ਸੇਲ ਕਿੰਨੀ ਹੈ, ਉਹ 'ਤੇ ਟੈਕਸ ਕਿੰਨਾ ਆ। ਭਰਨ ਦੀ ਲੋੜ ਨਹੀਂ ਪਈ, GSTR 1 ਤੋਂ ਆਟੋਮੈਟਿਕਲੀ ਚੱਕਿਆ ਗਿਆ। ਆਪਾਂ ਦੇਖ ਸਕਦੇ ਹਾਂ ਬਾਕਸ 'ਚ ਕੀ ਹੈ, ਸਿਰਫ ਕਲਿੱਕ ਕਰੋ। ਬਾਕਸ ਵਿੱਚ ਕਲਿੱਕ ਕਰਨ 'ਤੇ ਇਹਨੇ ਕਹਿਤਾ ਆਹ ਸਾਡੀ ਟੋਟਲ ਸੇਲ ਹੈ। ਇਹ ਸੇਲ ਦੇ ਵਿੱਚੋਂ 122 ਰੁਪਏ IGST ਹੈ, ਮਤਲਬ ਕਿਸੇ ਨੂੰ ਸਮਾਨ ਆਪਾਂ ਨੇ ਪੰਜਾਬ ਤੋਂ ਬਾਹਰ ਸੇਲ ਕੀਤਾ ਹੋਇਆ, ਆਹ ਵਿਦਨ ਪੰਜਾਬ ਸੇਲ ਕੀਤਾ ਹੋਇਆ, ਉਹਦੇ 'ਤੇ ਸੈਂਟਰ ਦਾ ਅਤੇ ਸਟੇਟ ਦਾ ਟੈਕਸ ਹੈ। ਯਾਨੀ ਕਿ ਟੋਟਲ ਸੇਲ ਦੇ ਵਿੱਚੋਂ ਜਿੰਨਾ IGST ਲਾਇਬਿਲਿਟੀ ਹੈ ਪਲੱਸ ਜਿੰਨੀ ਸੈਂਟਰ ਦੀ ਅਤੇ ਜਿੰਨੀ ਸਟੇਟ ਦੀ ਲਾਇਬਿਲਿਟੀ ਹੈ ਇਹ ਇੱਥੇ ਆਪਾਂ ਨੂੰ ਸ਼ੋਅ ਹੋ ਰਹੀ ਹੈ। ਇਹ ਕਰੈਕਟ ਹੈ, ਆਪਾਂ ਇਹਨੂੰ ਬਸ ਸਿਰਫ ਕਨਫਰਮ ਕਰ ਦਿੰਦੇ ਹਾਂ। ਇਹ ਤੋਂ ਬਾਅਦ ਇੰਟਰਸਟੇਟ ਸੇਲ ਸਾਡੀ ਇੰਟਰਸਟੇਟ ਸਪਲਾਈ ਇਹ ਹੈਗੀ ਹੈ ਇੰਟਰਸਟੇਟ ਸਪਲਾਈ ਟੂ ਅਨਰਜਿਸਟਰਡ ਪਰਸਨ। ਰਜਿਸਟਰਡ ਤਾਂ ਇੱਧਰ ਹੀ ਆ ਜਾਣੀ ਹੈ। 3.2 ਵਿੱਚ ਆਉਂਦੀ ਹੈ ਇੰਟਰਸਟੇਟ ਸਪਲਾਈ ਅਨਰਜਿਸਟਰਡ ਪਰਸਨ ਨੂੰ ਆਪਣੀ ਹੈ ਨਹੀਂ ਕੋਈ, ਰਜਿਸਟਰਡ ਪਰਸਨ ਨੂੰ ਸਮਾਨ ਵੇਚਿਆ ਉਹ ਇੱਧਰ ਆ ਗਿਆ। ਜੇ ਅਨਰਜਿਸਟਰਡ ਨੂੰ ਵੀ ਵੇਚਿਆ ਹੁੰਦਾ ਤਾਂ ਉਹ ਇਸ 'ਚ ਆਉਣਾ ਸੀ, ਬਟ ਹੈ ਨਹੀਂ ਗਾ, ਇਹ ਬਲੈਂਕ ਹੈ। ਜੇ ਹੁੰਦਾ ਆਟੋਮੈਟਿਕਲੀ GSTR 1 ਤੋਂ ਇੱਧਰ ਆ ਜਾਣਾ ਸੀ। ਅੱਗੇ ਆ ਗਿਆ ਐਲੀਜੀਬਲ ITC, ਉਹੀ ਜਿਹੜੀ ਆਪਾਂ ਨੇ ਪਰਚੇਜ਼ ਕੀਤੀ ਹੈ ਉਹਦੇ 'ਤੇ ਜੋ ਟੈਕਸ ਪੇ ਕੀਤਾ ਹੋਇਆ ਉਹਨੂੰ ਆਪਾਂ ਕਹਿੰਦੇ ਹਾਂ ITC, ਐਲੀਜੀਬਲ ITC 187 ਰੁਪਏ 80 ਪੈਸੇ। ਇਹ ਫਿਗਰ ਆਟੋਮੈਟਿਕਲੀ ਗੌਰਮੈਂਟ ਨੇ ਚੱਕ ਲਈ। ਐਗਜ਼ੈਂਪਟਡ ਸੇਲ ਸਾਡੀ ਹੈ ਨਹੀਂ ਗੀ, ਜੇ ਹੋਵੇ ਤਾਂ ਇੱਥੇ ਫਿਲ ਕਰਨੀ ਹੈ। ਇਹ ਵੀ GSTR 1 'ਚ ਭਰੀ ਹੁੰਦੀ, ਉੱਥੋਂ ਆਟੋਮੈਟਿਕਲੀ ਚੱਕ ਲੈਂਦਾ ਹੁੰਦਾ ਆ। ਸੌਰੀ, ਇਹ ਕੀ ਹੈ, ਇਨਵਰਡ ਸਪਲਾਈ ਹੈ, ਇਹ ਪਰਚੇਜ਼ ਹੈ, ਇਹ ਆਪਾਂ ਆਪ ਭਰਨੀ ਹੁੰਦੀ ਹੈ ਕਿਉਂਕਿ ਜਿਹੜੀ ਇਨਪੁੱਟ ਟੈਕਸ ਕ੍ਰੈਡਿਟ ਵਾਲੀ ਸਟੇਟਮੈਂਟ ਹੈ ਇਹ ਸਿਰਫ ਉਹੀ ਆਉਂਦੀ ਹੁੰਦੀ ਹੈ, ਗੌਰਮੈਂਟ ਕੋਲ ਉਹੀ ਜਾਂਦੀ ਆ ਜਿਹੜੀ ਟੈਕਸੇਬਲ ਸਮਾਨ ਸੇਲ ਕਰਨ ਲੱਗਿਆ ਕਿਸ ਨੇ ਰਿਟਰਨ ਭਰੀ ਹੋਈ ਉਹ ਸਾਡੀ ਪਰਚੇਜ਼ ਬਣ ਗਈ। ਜਿਹੜੀ ਆਹ ਹੈ ਜੇ ਆਪਣੀ ਹੋਵੇ ਤਾਂ ਭਰਨੀ ਹੈ, ਬਟ ਮੈਂ ਆਪਣੀਆਂ ਬੁੱਕਸ ਚੈੱਕ ਕੀਤੀਆਂ ਹੋਈਆਂ ਨੇ, ਮੈਨੂੰ ਪਤਾ ਆ ਕਿ ਆਪਣੀ ਇੰਟਰਸਟੇਟ ਪਰਚੇਜ਼ ਕੋਈ ਹੈ ਹੀ ਨਹੀਂ ਗੀ, ਇਸ ਕਰਕੇ ਮੈਂ ਇਹਨੂੰ ਕੁਝ ਨਹੀਂ ਕਰ ਰਿਹਾ। ਜੇ ਫਿਲ ਕਰਨੀ ਹੋਵੇ ਤਾਂ ਇਸ ਟੈਬ 'ਤੇ ਜਾਂ ਇਸ ਟੇਬਲ ਦੇ ਉੱਤੇ ਇਸ ਬਟਨ 'ਤੇ ਕਲਿੱਕ ਕਰੋ। ਲਿਸਟ ਦੇ ਵਿੱਚ ਇੱਥੇ ਆਪਾਂ ਭਰ ਦੇਵਾਂਗੇ ਕਿ ਸਾਡੀ ਇੰਟਰਸਟੇਟ ਸਪਲਾਈ ਕਿੰਨੀ ਹੈ। ਇੱਥੇ 2 ਕਾਲਮ ਨੇ, ਇੰਟਰਸਟੇਟ ਸਪਲਾਈ, ਇੰਟਰਾਸਟੇਟ ਸਪਲਾਈ। ਇਹ ਟੈਕਸ ਫਰੀ ਦੀ ਗੱਲ ਕਰਦੇ ਹਾਂ। ਟੈਕਸ ਫਰੀ ਸਮਾਨ ਜਿਹੜਾ ਪਰਚੇਜ਼ ਕੀਤਾ ਹੋਇਆ ਇੰਟਰਸਟੇਟ ਮਤਲਬ ਦੂਜੀ ਸਟੇਟ ਤੋਂ ਕਿੰਨੇ ਦਾ ਖਰੀਦਿਆ, ਇੰਟਰਾਸਟੇਟ ਵਿਦਨ ਸਟੇਟ ਤੋਂ ਕਿੰਨੇ ਦਾ ਖਰੀਦਿਆ। ਇਹ ਹੈਗਾ ਉਹ ਸਮਾਨ ਨੋਰਮਲੀ ਜਿਹਦੇ 'ਤੇ ਟੈਕਸ ਲੱਗਦਾ ਆ ਬਟ ਐਗਜ਼ੈਂਪਟਡ ਹੈ। ਇੱਕ ਹੈ ਨੋਨ GST ਸਪਲਾਈ, ਇਹ ਉਹ ਚੀਜ਼ਾਂ ਨੇ ਜਿਨ੍ਹਾਂ 'ਤੇ ਟੈਕਸ ਜਿਨ੍ਹਾਂ 'ਤੇ ਟੈਕਸ 'ਚ ਜਿਹੜੇ GST ਦੇ ਦਾਇਰੇ 'ਚ ਨਹੀਂ ਆਉਂਦੀਆਂ, ਜਿਵੇਂ ਪੈਟਰੋਲ ਡੀਜ਼ਲ। ਇਹ 2 ਆਈਟਮਾਂ ਜਾਂ ਲਿਕਵਰ, ਇਹ ਆਈਟਮ GST ਦੇ ਦਾਇਰੇ 'ਚ ਨਹੀਂ ਆਉਂਦੀ ਹੈਗੀ। ਅਤੇ ਜੇ ਉਹ ਆਈਟਮ ਦੀ ਕੋਈ ਅਸੀਂ ਪਰਚੇਜ਼ ਕੀਤੀ ਹੋਈ ਆ ਜਿਹੜੀ ਆਈਟਮ 'ਤੇ GST ਐਪਲੀਕੇਬਲ ਹੀ ਹੈ ਨਹੀਂ ਗਾ, GST ਦੇ ਦਾਇਰੇ 'ਚ ਹੈ ਨਹੀਂ ਗੀ, ਉਹਦੀ ਡਿਟੇਲ ਆਪਾਂ ਹੇਠਾਂ ਭਰਨੀ ਹੈ। ਜਿਹੜੀਆਂ ਆਈਟਮਾਂ GST ਦੇ ਦਾਇਰੇ 'ਚ ਆਉਂਦੀਆਂ ਨੇ ਬਟ ਟੈਕਸ ਤੋਂ ਐਗਜ਼ੈਂਪਟਡ ਹੈ, ਟੈਕਸ ਉੱਤੇ ਗੌਰਮੈਂਟ ਨੇ ਮਾਫ ਕੀਤਾ ਹੋਇਆ, ਉਹਨਾਂ ਦੀ ਪਰਚੇਜ਼ ਆਪਾਂ ਉੱਪਰਲੇ ਕਾਲਮ 'ਚ ਭਰਾਂਗੇ। ਆਪਣੀ ਹੈ ਨਹੀਂ, ਚਾਹੇ ਕਨਫਰਮ ਕਰ ਦਿਓ ਚਾਹੇ ਕੈਂਸਲ ਕਰ ਦਿਓ, ਵਾਪਸ ਆ ਜਾਵਾਂਗੇ। ਇਹ ਤੋਂ ਬਾਅਦ ਲੇਟ ਫੀ, ਜੇ ਆਪਾਂ ਪ੍ਰੀਵੀਅਸ ਰਿਟਰਨ ਲੇਟ ਭਰੀ ਹੋਵੇ ਤਾਂ ਪ੍ਰੀਵੀਅਸ ਮੰਥ ਦੀ ਰਿਟਰਨ ਲੇਟ ਭਰੀ ਹੋਵੇ ਅਤੇ ਉਹਦਾ ਜਿਹੜਾ ਟੈਕਸ ਹੈ ਆਪਾਂ ਨੂੰ ਇੱਥੇ ਉਹਦਾ ਜਿਹੜਾ ਇੰਟਰਸਟ ਹੈ ਉਹਦਾ ਲੇਟ ਫੀ ਇੱਥੋਂ ਪੇ ਕਰਨੀ ਪੈਂਦੀ ਹੈ। ਆਪਣੀ ਹੈ ਨਹੀਂ, ਇਸ ਲਈ ਆਪਾਂ ਇਹਨੂੰ ਬਲੈਂਕ ਹੀ ਛੱਡ ਦੇਣਾ ਹੈ। ਅਤੇ ਜੇ ਲੇਟ ਭਰੀ ਹੋਵੇ ਤਾਂ ਇੱਥੇ ਲੇਟ ਫੀ ਆਟੋਮੈਟਿਕਲੀ ਸ਼ੋ ਹੋ ਜਾਂਦੀ ਹੈ। ਹੁਣ ਸਾਰਾ ਕੁਝ ਠੀਕ ਹੈ, ਮੈਂ ਫਿਲ ਕਰਤਾ ਇਹਨੂੰ। ਹੁਣ ਮੈਂ ਕੀ ਕਰੂੰਗਾ, ਸੇਵ GSTR 3B 'ਤੇ ਕਲਿੱਕ ਕਰਤਾ।
ਇਹਦੇ ਨਾਲ ਕੀ ਹੋਇਆ, GSTR 3B ਦੀ ਰਿਟਰਨ ਸੇਵ ਹੋ ਰਹੀ ਆ, ਹੋ ਗਈ ਸੇਵ, ਮੈਸੇਜ ਆ ਗਿਆ GSTR 3B ਡਿਟੇਲਸ ਸੇਵਡ ਸਕਸੈਸਫੁਲੀ। ਹੁਣ ਇਹਦੀ ਜਿਹੜੀ ਰਿਟਰਨ ਫਾਈਲ ਕਰਨ ਵਾਸਤੇ ਆਪਾਂ ਨੂੰ ਟੈਕਸ ਦੀ ਪੇਮੈਂਟ ਕਰਨੀ ਪੈਣੀ ਹੈ। ਆਪਾਂ ਦੇਖਿਆ ਸੀ ਨਾ 3844 ਪਲੱਸ 3844 ਪਲੱਸ 122, ਇਹ ਤਿੰਨੇ ਟੈਕਸਾਂ ਦੀ ਪੇਮੈਂਟ ਕਰਨ ਵਾਸਤੇ ਆਪਣੇ ਕੋਲੇ ਜਿਹੜੇ ਬੈਲੈਂਸ ਖੜਾ ਸੀ ਉਹ ਵੀ ਹੈ ਕੁਛ ਥੋੜ੍ਹਾ ਜਿਹਾ ਸੀਗਾ 600 ਕੁਛ ਰੁਪਏ, 187 ਰੁਪਏ ਇਹ ਹੈ। ਤੋ ਮਾਈਨਸ ਕਰਕੇ ਬਾਕੀ ਪੇਮੈਂਟ ਆਪਾਂ ਨੂੰ ਕਰਨੀ ਪੈਣੀ ਹੈ। ਉਹ ਪੇਮੈਂਟ ਕਿਵੇਂ ਕਰਨੀ ਹੈ, ਉਹ ਪੇਮੈਂਟ ਕਰਨ ਵਾਸਤੇ ਆਪਾਂ ਕਰਾਂਗੇ ਪ੍ਰੋਸੀਡ ਟੂ ਪੇ। ਜਦੋਂ ਪ੍ਰੋਸੀਡ ਟੂ ਪੇਮੈਂਟ 'ਤੇ ਜਾਂਦੇ ਆ, ਇੱਥੇ ਦੇਖਿਓ ਆਪਣੇ ਆਪ ਹੀ ਕੰਪਿਊਟਰ ਬਣਾ ਕੇ ਦੇ ਦਊਗਾ ਕਿ 123 ਰੁਪਏ ਜਿਹੜਾ ਸਾਡਾ ਟੈਕਸ IGST ਦੇਣਾ, ਇਹ 122 ਰੁਪਏ ਕੁਛ ਪੈਸੇ ਸੀਗਾ, ਇਹ ਸੀ 122 ਰੁਪਏ ਸਮ ਪੈਸੇ, ਬਟ ਉਹਨੂੰ ਰਾਊਂਡ ਫਿਗਰ ਕਰਕੇ 123 ਬਣਾਤਾ। ਉਹ 122 ਰੁਪਏ 50 ਪੈਸੇ ਤੋਂ ਜ਼ਿਆਦਾ ਸੀ। ਇੱਦਾਂ ਹੀ ਸੈਂਟਰ ਦਾ ਟੈਕਸ ਜਿਹੜਾ ਉਹ 3845 ਰੁਪਏ ਰਾਊਂਡ ਫਿਗਰ ਕਰਕੇ ਬਣਾਤਾ। ਤੋ ਇਹ ਜਿਹੜੀ ਟੈਕਸ ਦੀ ਪੇਮੈਂਟ ਹੈ ਕਿਵੇਂ ਕਰਨੀ ਹੈ, ਸਾਡੇ ਕੋਲੇ ਆਲਰੇਡੀ ਜਿਹੜਾ ITC ਅਵੇਲੇਬਲ ਹੈ ਪਿਛਲਾ ਅਤੇ ਹੁਣ ਦਾ ਲਾ ਕੇ 819 ਟੋਟਲ ਬਣਦੇ ਆ। 819 ਆਪਾਂ ਪੇਮੈਂਟ ਕਟਾ ਸਕਦੇ ਹਾਂ, 3845 ਚੋਂ 819 ਸਾਡੇ ਲੈਣੇ ਆ, ਐਡਜਸਟ ਹੋ ਜਾਣਗੇ। ਬਾਕੀ ਫਿਰ ਘੱਟਦੇ ਨੇ 3026 ਰੁਪਏ। ਇਹ 3026 ਰੁਪਏ ਅਸੀਂ ਜੇ ਪੇ ਕਰਾਂਗੇ ਤਾਂ ਹੀ ਸਾਨੂੰ ਪਹਿਲਾਂ ਕੈਸ਼ ਪੇ ਕਰਨੇ ਪੈਣੇ ਆ। ਹੁਣੇ ਮੈਂ ਔਨਲਾਈਨ ਪੇ ਕਰੂੰਗਾ 3026 ਰੁਪਏ ਸੈਂਟਰ ਦੇ, 3026 ਸਟੇਟ ਦੇ, 123 ਰੁਪਏ IGST। ਇਹ ਸਾਰੇ ਪੇਮੈਂਟ ਕਰਨ ਵਾਸਤੇ ਇਹ ਟੋਟਲ ਜਿਹੜੀ ਪੇਮੈਂਟ ਹੈ ਜਿੰਨਾ ਕੈਸ਼ ਰਿਕੁਆਇਰਡ ਹੈ ਉਹਦਾ ਇੱਕ ਚਲਾਨ ਬਣੂਗਾ। ਉਹ ਚਲਾਨ ਕਿਵੇਂ ਬਣੂਗਾ, ਆਹੀ ਐਡੀਸ਼ਨਲ ਰਿਕੁਆਇਰਡ ਹੈ। ਤੋ ਇਹ ਪੇਮੈਂਟ ਪਹਿਲਾਂ ਜਮ੍ਹਾਂ ਹੋਊਗੀ ਤਾਂ ਰਿਟਰਨ ਭਰ ਹੋਣੀ ਹੈ। ਪੇਮੈਂਟ ਜਮ੍ਹਾਂ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਕ੍ਰੀਏਟ ਚਲਾਨ 'ਤੇ ਕਲਿੱਕ ਕਰਦੇ ਹਾਂ। ਹੁਣ ਜਦੋਂ GSTR 3B ਭਰਦੇ ਹੋਏ ਕ੍ਰੀਏਟ ਚਲਾਨ 'ਤੇ ਕਲਿੱਕ ਕਰਾਂਗੇ ਤਾਂ ਆਟੋਮੈਟਿਕਲੀ ਚਲਾਨ ਇੱਦਾਂ ਬਣੂਗਾ ਜਿਹਦੇ ਵਿੱਚ ਫਿਗਰਾਂ ਭਰੀਆਂ ਹੋਣਗੀਆਂ ਕਿ ਸੈਂਟਰ ਦਾ 123 ਰੁਪਏ ਜਮ੍ਹਾਂ ਹੋ ਜਾਵੇ। ਤਾਂ ਮੈਂ ਦੇਖਿਓ ਹੁਣੇ ਕ੍ਰੀਏਟ ਚਲਾਨ 'ਤੇ ਕਲਿੱਕ ਕੀਤਾ ਤਾਂ ਮੈਸੇਜ ਆਟੋਮੈਟਿਕਲੀ ਉਸ ਸਕਰੀਨ 'ਤੇ ਆ ਜਾਣਾ ਜਿੱਥੇ ਚਲਾਨ ਬਣਿਆ ਹੋਊਗਾ, ਜਿੱਥੇ ਗੌਰਮੈਂਟ ਨੇ ਸਾਨੂੰ ਕਹਿਣਾ ਹੈ ਕਿ ਪੇਮੈਂਟ ਭਰਨ ਵਾਸਤੇ ਪੇਮੈਂਟ ਪੇ ਕਰਨ ਵਾਸਤੇ ਅਮਾਊਂਟ ਭਰੋ। ਇੱਥੇ ਅਮਾਊਂਟ ਆਪੇ ਭਰੀ ਹੈਗੀ, 3026 ਰੁਪਏ ਚਾਹੀਦੇ ਨੇ ਸੈਂਟਰ ਦੇ, 3026 ਰੁਪਏ ਚਾਹੀਦੇ ਨੇ ਸਟੇਟ ਦੇ, ਪੰਜਾਬ ਦੇ, ਅਤੇ 123 ਰੁਪਏ IGST ਪੇ ਕਰਨ ਵਾਸਤੇ ਟੋਟਲ 6175 ਰੁਪਏ ਦੀ ਲੋੜ ਹੈ। ਅਤੇ ਆਪਾਂ ਇਹ ਪੇਮੈਂਟ ਔਨਲਾਈਨ ਪੇਮੈਂਟ ਕਰਨੀ ਹੈ। ਹਾਂ, ਜੇ ਅਗਰ ਮੈਂ ਆਫਲਾਈਨ ਪੇਮੈਂਟ ਕਰਨੀ ਹੋਵੇ ਤਾਂ ਮੈਂ ਨੈਫਟ 'ਤੇ ਕਲਿੱਕ ਕਰੂੰਗਾ। ਨੈਫਟ 'ਤੇ ਕਲਿੱਕ ਕਰੂੰਗਾ, ਕੰਪਿਊਟਰ ਪੁੱਛਦਾ ਤੁਸੀਂ ਕਿਹੜੇ ਬੈਂਕ 'ਚ ਜਾ ਕੇ ਨੈਫਟ ਕਰੋਗੇ। ਆਪਾਂ ਇੱਥੇ ਬੈਂਕ ਦਾ ਨਾਮ ਚੂਜ਼ ਕਰਾਂਗੇ ਜਿਹੜੇ 'ਚ ਵੀ ਆਪਾਂ ਜਾ ਕੇ ਨੈਫਟ ਕਰਾਉਣੀ ਹੈ, ਅਤੇ ਫਿਰ ਆਪਾਂ ਨੂੰ ਇਹ ਇੱਕ ਚਲਾਨ ਬਣਾ ਕੇ ਦੇ ਦਊਗਾ। ਆਪਾਂ ਡਾਊਨਲੋਡ ਕਰਕੇ ਪ੍ਰਿੰਟ ਕੱਢ ਕੇ ਬੈਂਕ 'ਚ ਲੈ ਜਾਵਾਂਗੇ, ਬੈਂਕ 'ਚ ਪੈਸੇ ਜਮ੍ਹਾਂ ਕਰਾਵਾਂਗੇ ਜਾਂ ਚੈੱਕ ਪੇ ਕਰਾਂਗੇ ਤਾਂ ਬੈਂਕ ਉਹ ਨੈਫਟ ਦੇ ਥਰੂ ਗੌਰਮੈਂਟ ਨੂੰ ਪੈਸੇ ਭੇਜੂਗਾ। ਉਸ ਤੋਂ ਬਾਅਦ ਫਿਰ ਵਾਪਸ ਆ ਕੇ ਜਦੋਂ ਪੈਸੇ ਜਮ੍ਹਾਂ ਹੋ ਗਏ ਤਦ ਆਪਾਂ ਰਿਟਰਨ ਦਾ ਬਾਕੀ ਪ੍ਰੋਸੈਸ ਕੰਪਲੀਟ ਕਰਨਾ ਪਊਗਾ, ਫਿਰ ਇੱਕ ਦਿਨ ਲੱਗ ਜਾਊਗਾ। ਲੇਕਿਨ ਮੈਂ ਪੇਮੈਂਟ ਕਰ ਦੇਣੀ ਹੈ, ਹੁਣੇ ਆਪਾਂ ਔਨਲਾਈਨ ਪੇ ਕਰ ਦੇਣੇ ਆ, ਅਤੇ ਔਨਲਾਈਨ ਪੇਮੈਂਟ ਤੋਂ ਬਾਅਦ ਰਿਟਰਨ ਫਾਈਲਿੰਗ ਹੁਣੇ ਨਾਲ ਦੀ ਨਾਲ ਹੀ ਹੋ ਜਾਣੀ ਹੈ। ਜੇ ਆਪਾਂ ਪੇਮੈਂਟ ਅੱਜ ਨਹੀਂ ਕਰਾਂਗੇ ਕੱਲ੍ਹ ਕਰਾਂਗੇ ਤਾਂ ਰਿਟਰਨ ਦੀ ਫਾਈਲਿੰਗ ਦਾ ਪ੍ਰੋਸੈਸ ਵੀ ਕੱਲ੍ਹ ਪੇਮੈਂਟ ਤੋਂ ਬਾਅਦ ਹੀ ਕਰ ਪਾਵਾਂਗੇ। ਆਪਾਂ ਪੇਮੈਂਟ 'ਤੇ ਕਲਿੱਕ ਕੀਤਾ। ਹੁਣ ਜਦੋਂ ਪੇਮੈਂਟ 'ਤੇ ਕਲਿੱਕ ਕੀਤਾ ਇੱਥੇ ਜਨਰੇਟ ਚਲਾਨ 'ਤੇ ਕਲਿੱਕ ਕਰਦੇ ਹਾਂ। ਫਿਰ ਇਹ ਆਪਾਂ ਨੂੰ ਪੁੱਛੂਗਾ, ਚਲਾਨ ਬਣ ਕੇ ਆ ਗਿਆ, ਇੱਥੇ ਆ ਗਿਆ ਪ੍ਰੈਫਰਡ ਬੈਂਕ, ਕਿਹੜੇ ਬੈਂਕ ਦੇ ਥਰੂ ਆਪਾਂ ਪੇਮੈਂਟ ਕਰਨੀ ਹੈ। ਇੱਥੇ ਕਲਿੱਕ ਕਰਾਂਗੇ ਤਾਂ ਸਾਡੇ ਕੁਝ ਬੈਂਕਾਂ ਦੀ ਲਿਸਟ ਆਊਗੀ, ਇੱਥੇ ਕਲਿੱਕ ਕਰਾਂਗੇ ਆਲ ਬੈਂਕਾਂ ਦੀ ਲਿਸਟ ਆ ਜਾਊਗੀ। ਮੈਂ ਪ੍ਰੈਫਰਡ ਬੈਂਕ 'ਤੇ ਕਲਿੱਕ ਕਰ ਦਿੰਦਾ। ਲਾਸਟ ਜਿਹੜੇ ਬੈਂਕ ਯਾਨੀ ਜਿਹੜੇ ਘੱਟ ਬੈਂਕਾਂ ਦੀ ਲਿਸਟ ਆ ਗਈ, ਮੇਰਾ ਬੈਂਕ ਜਿੱਥੋਂ ਮੈਂ ਪੇਮੈਂਟ ਕਰਨੀ ਹੈ ਇਹ ਹੈ। ਮੈਂ ਇਹ ਬਟਨ ਨੂੰ ਕਲਿੱਕ ਕਰ ਲਿਆ ਐਂਡ ਮੇਕ ਪੇਮੈਂਟ 'ਤੇ ਕਲਿੱਕ ਕੀਤਾ। ਜਦੋਂ ਮੈਂ ਮੇਕ ਪੇਮੈਂਟ 'ਤੇ ਕਲਿੱਕ ਕੀਤਾ ਤਾਂ ਹੁਣ ਇਹ ਮੇਰੇ ਤੋਂ ਬੈਂਕ ਪੁੱਛ ਲਊਗਾ। ਮੈਂ ਬੈਂਕ ਆਫ ਇੰਡੀਆ ਦਾ ਪਹਿਲਾਂ ਚੂਜ਼ ਕੀਤਾ ਸੀਗਾ, ਹੁਣ ਇਹ ਮੇਰੇ ਤੋਂ ਸਿਰਫ ਇਹ ਪੁੱਛੂਗਾ ਪੇਮੈਂਟ ਕਿਵੇਂ ਕਰਨੀ ਆ। ਆਪਣਾ ਹੈਗਾ ਆ, ਹਾਂ, ਇਹਨੂੰ ਮੈਂ ਕਲਿੱਕ ਕਰਤਾ। ਇੱਥੇ ਯੂਜ਼ਰ ਨੇ ਪਾਸਵਰਡ ਪਹਿਲਾਂ ਹੀ ਫਿਲ ਕੀਤਾ ਹੈ, ਪਾਸਵਰਡ ਸ਼ਾਇਦ ਕਿਤੇ ਮੇਰਾ ਗਲਤ ਨਾ ਭਰਿਆ ਹੋਵੇ, ਮੈਂ ਇਹਨੂੰ ਠੀਕ ਕਰਕੇ ਭਰ ਦਿੰਦਾ। ਇਹ ਭਰ ਕੇ ਮੈਂ ਸਬਮਿਟ ਕਰਦਾ ਹਾਂ। ਪ੍ਰੋਸੈਸਿੰਗ ਚੱਲ ਰਹੀ ਹੈ। ਇਹ ਕੀ ਹੋਇਆ, ਵਾਪਸ ਆ ਗਿਆ। ਮੈਂ ਦੁਬਾਰਾ ਭਰਦਾ, ਪਤਾ ਨਹੀਂ ਕੀ ਗਲਤ ਹੋਇਆ।
ਸਬਮਿਟ ਕਰਦੇ ਹਾਂ। ਹਾਂ, ਇਹ ਇੱਥੇ ਪੇਮੈਂਟ ਰਿਮਾਰਕਸ ਮੈਂ ਲਿਖ ਦੇਣਾ GST ਫਾਰ ਗੁਰਪ੍ਰਤਾਪ, ਤੇ ਬਸ ਇਹਨੂੰ ਕੰਟੀਨਿਊ 'ਤੇ ਕਲਿੱਕ ਕਰਾਂਗੇ। 6175 ਰੁਪਏ ਦੀ ਪੇਮੈਂਟ ਮੇਰੇ ਬੈਂਕ 'ਚੋਂ ਟ੍ਰਾਂਸਫਰ ਹੋ ਜਾਊਗੀ। ਇਹਨੇ ਪੁੱਛਿਆ ਟ੍ਰਾਂਜੈਕਸ਼ਨ ਪਾਸਵਰਡ, ਮੈਂ ਟ੍ਰਾਂਜੈਕਸ਼ਨ ਪਾਸਵਰਡ ਫਿਲ ਕਰਕੇ ਪੇ 'ਤੇ ਕਲਿੱਕ ਕਰ ਦੇਣਾ। ਪਾਸਵਰਡ ਠੀਕ ਹੋਊਗਾ ਤਾਂ ਇਹ ਪੇਮੈਂਟ ਟ੍ਰਾਂਸਫਰ ਹੋ ਗਈ। ਹਾਟ ਪੇਮੈਂਟ ਸਕਸੈਸਫੁਲ ਮੈਸੇਜ ਆ ਗਿਆ, ਮੇਰੇ ਅਕਾਊਂਟ 'ਚੋਂ ਪੈਸੇ ਕੱਟੇ ਵੀ ਗਏ, ਤੇ ਮੈਂ ਇਹਨੂੰ ਵਾਪਸ ਆਪਣੇ GST 'ਤੇ ਚੱਲ ਜਾਣਾ ਆ ਪੋਰਟਲ 'ਤੇ। ਪੇਮੈਂਟ ਹੋ ਗਈ ਹੈ, 6175 ਰੁਪਏ ਮੇਰੇ ਬੈਂਕ 'ਚੋਂ GST ਨੂੰ ਪਹੁੰਚ ਗਏ। ਹੁਣ ਮੈਂ ਕੰਟੀਨਿਊ 'ਤੇ ਕਲਿੱਕ ਕਰਦਾ, ਵਾਪਸ ਅਗਲੇ ਪ੍ਰੋਸੈਸ 'ਤੇ ਜਾਣਾ। ਜੇ ਮੈਂ ਰਿਟਰਨ ਨਹੀਂ ਭਰਾਂ, ਹਾਲੇ ਰਿਟਰਨ ਨਹੀਂ ਭਰੇਗੀ, ਹਾਲੇ ਤਾਂ ਸਿਰਫ ਪੇਮੈਂਟ ਹੋਈ ਹੈ। ਹੁਣ ਕੀ ਹੈ, ਜਿੰਨੀ ਪੇਮੈਂਟ ਮੈਂ ਦੇਣੀ ਹੈ ਉਨੀ ਪੇਮੈਂਟ ਬੈਂਕ ਦੇ ਥਰੂ ਉਹਨੂੰ ਜਾ ਚੁੱਕੀ ਹੈ, ਅਤੇ ਮੈਂ ਤੁਹਾਨੂੰ ਹਾਲੇ ਵੀ ਰਿਟਰਨ ਨਹੀਂ ਭਰਦਾ। ਇੱਕ ਚੀਜ਼ ਹੋਰ ਦਿਖਾਉਣਾ, ਵਾਪਸ ਚੱਲਦੇ ਹਾਂ ਡੈਸ਼ਬੋਰਡ 'ਤੇ। ਡੈਸ਼ਬੋਰਡ 'ਤੇ ਜਾ ਕੇ ਦੇਖੋ, ਜਿਹੜੇ ਪੈਸੇ ਤੁਸੀਂ ਜਮ੍ਹਾਂ ਕਰਾਏ ਨੇ ਹੁਣੇ ਹੀ, ਉਹ ਪੈਸੇ IGST ਦੇ ਖਾਤੇ 'ਚ 123 ਰੁਪਏ ਜਮ੍ਹਾਂ ਹੋ ਗਏ ਪਏ ਨੇ ਸਾਡੇ। ਸੈਂਟਰ ਦੇ ਖਾਤੇ 'ਚ ਇੰਨੇ ਪੈਸੇ ਪਏ ਨੇ, ਸਟੇਟ ਦੇ ਖਾਤੇ 'ਚ ਇੰਨੇ ਪੈਸੇ ਪਏ ਨੇ, ਅਤੇ ਆਹ ਪਿਛਲੇ ਪੈਸੇ ਲੈਣੇ ਆ। ਹੁਣ ਜਿਹੜੇ ਸੈਂਟਰ ਤੋਂ ਪੈਸੇ ਲੈਣੇ ਆ 3026 + 631, 3026 ਅਸੀਂ ਕੈਸ਼ ਪੇ ਕਰਤੇ, ਅਤੇ 631 ਸਾਡੇ ਥਰੂ ਪਰਚੇਜ਼ ਜਮ੍ਹਾਂ ਪਏ ਨੇ। ਇੱਦਾਂ ਹੀ ਸਟੇਟ ਦੇ, ਇੱਦਾਂ ਹੀ ਸੈਂਟਰ ਦੇ 123 ਰੁਪਏ ਜਿਹੜੇ IGST ਹੈ, ਇਹ ਸਾਡੇ ਜਮ੍ਹਾਂ ਨਹੀਂ ਪਏ ਸੀ, ਅਸੀਂ ਆਪ ਕੈਸ਼ ਹੁਣ ਜਮ੍ਹਾਂ ਕਰਾਏ ਨੇ। ਹੁਣ ਜਿਹੜਾ ਇਹਦਾ ਟੋਟਲ ਬੈਲੈਂਸ ਹੈ, ਆਹ ਜੋੜ ਕਰ ਲਓ, ਇੰਨਾ ਬਣ ਜਾਂਦਾ ਹੈ। ਮੈਂ ਹੁਣ ਰਿਟਰਨ ਭਰਦਾ, ਹਾਲੇ ਰਿਟਰਨ ਨਹੀਂ ਭਰੇਗੀ। ਜੇ ਮੈਂ ਇੱਦਾਂ ਹੀ ਛੱਡ ਦੂੰਗਾ ਤਾਂ ਵੀ ਗੌਰਮੈਂਟ ਮੰਨੂਗੀ, ਰਿਟਰਨ ਨਹੀਂ ਭਰੇਗੀ। ਜੇ ਮੈਂ 20 ਤੋਂ ਬਾਅਦ 2 ਦਿਨ ਵੀ ਲੇਟ ਕਰੂੰਗਾ ਤਾਂ 2 ਦਿਨ ਦਾ ਫਾਈਨ ਮੈਨੂੰ ਭਰਨਾ ਪਊਗਾ। ਪਰ ਮੈਂ ਇੱਦਾਂ ਨਹੀਂ ਕਰਨਾ। GST 3B ਹੁਣ ਮੈਂ ਦੁਬਾਰਾ ਦੀ ਭਰਨ ਲੱਗਿਆ, ਕਿਉਂਕਿ ਪਹਿਲਾਂ ਤਾਂ ਮੈਂ ਭਰਦੇ ਹੋਏ ਸਿਰਫ ਪੇਮੈਂਟ ਤੋਂ ਵਾਪਸ ਮੁੜਿਆ ਆ, ਪੇਮੈਂਟ ਕਰਕੇ ਵਾਪਸ ਮੁੜਿਆ ਆ। ਹੁਣ ਮੈਂ GST 3B ਔਨਲਾਈਨ ਪ੍ਰਪੇਅਰ ਦੁਬਾਰਾ 'ਤੇ ਕਲਿੱਕ ਕਰੂੰਗਾ। ਸੇਮ ਉਹੀ ਫਾਰਮ ਜਿਹੜਾ ਪਹਿਲਾਂ ਆਇਆ ਸੀ, ਉਹ ਸਾਰਾ ਕੁਝ ਉਵੇਂ ਦਿਖੂਗਾ। ਮੈਂ ਉਹੀ ਸਾਰੇ ਪ੍ਰੋਸੈਸ 'ਤੇ ਨੈਕਸਟ ਪਾਸ ਕਰਨ ਲੱਗਿਆ। ਇਹ ਸਾਰਾ ਕੁਝ ਆਲਰੇਡੀ ਫਿਲਡ ਹੈ। ਲਾਸਟ ਸੇਵ ਰਿਕੁਐਸਟ ਹੈਜ਼ ਬੀਨ ਪ੍ਰੋਸੈਸਡ ਸਕਸੈਸਫੁਲੀ, ਸੇਵ ਹੋਇਆ। ਆਪਾਂ ਸਿੰਪਲੀ ਪ੍ਰੋਸੀਡ ਟੂ ਪੇ 'ਤੇ ਕਲਿੱਕ ਕਰ ਦੇਣਾ ਹੈ ਕਿ ਲਓ ਜੀ ਮੇਰਾ ਟੈਕਸ ਲੈ ਲਓ। ਟੈਕਸ ਲੈਣਾ ਕਿਵੇਂ ਆ, ਉਹ ਆ ਦੇਖੋ 123 ਰੁਪਏ ਜਿਹੜੇ ਦੇਣੇ ਸੀਗੇ, ਮੈਂ ਇੱਥੋਂ ਇਹ ਕਹਿ ਰਿਹਾ ਕਿ ਮੇਰੀ ਕੈਸ਼ ਪਏ ਨੇ, ਉੱਥੋਂ ਕੱਟ ਲਓ ਜੀ। ਆ ਕੈਸ਼ ਬੈਲੈਂਸ ਪਿਆ, ਚੋਂ ਕੱਟ ਲਓ। ਇੱਦਾਂ ਹੀ 3026 ਰੁਪਏ ਮੇਰੇ ਕੋਲ ਕੈਸ਼ ਪਿਆ, ਚੱਕ ਲਓ। 3026 ਮੇਰੇ ਕੋਲ ਕੈਸ਼ ਪਿਆ, ਚੱਕ ਲਓ। ਜਦੋਂ ਮੈਂ ਹੁਣ ਇਹਨੂੰ ਆ ਬਟਨ ਦਬੂੰਗਾ ਨਾ, ਮੇਕ ਪੇਮੈਂਟ ਪ੍ਰੋਸੀਡ ਕ੍ਰੈਡਿਟ ਟੂ ਲੈਜਰ, ਇਹਦਾ ਮਤਲਬ ਹੈ ਕਿ ਪੇਮੈਂਟ ਮੇਰੀ ਚੱਕ ਲਓ, ਮੇਰੀ ਗੱਲ ਜਿਹੜੀ ਪਈ ਹੈ ਲੈ ਲਓ। ਅਤੇ ਜਦੋਂ ਮੈਂ ਇਹਨੂੰ ਕਲਿੱਕ ਕਰੂੰਗਾ, ਸੈੱਟ ਆਫ ਹੋ ਜਾਊਗਾ। ਇਹਦੇ ਨਾਲ ਕੀ ਹੋਊਗਾ, ਮੇਰਾ ਕੈਸ਼ ਜਿਹੜਾ ਮੈਂ ਜਮ੍ਹਾਂ ਕਰਾਇਆ ਸੀਗਾ, ਇਸ ਵੇਲੇ GST ਦੇ ਖਾਤੇ 'ਚ ਮੈਂ ਡੈਬਿਟ ਲੈਣਾ ਆ, ਉਹ ਕ੍ਰੈਡਿਟ ਹੋ ਕੇ GST ਆਊਟਪੁੱਟ ਜਿਹੜਾ ਆ ਉਹ ਡੈਬਿਟ ਹੋ ਕੇ GST ਆਊਟਪੁੱਟ ਵੀ ਨਿਲ ਹੋ ਜਾਊਗਾ, ਇਨਪੁੱਟ ਵੀ ਮੇਰਾ ਨਿਲ ਹੋ ਜਾਊਗਾ, ਅਤੇ ਕੈਸ਼ ਵੀ ਮੇਰਾ ਨਿਲ ਹੋ ਜਾਊਗਾ। ਆ ਕਲਿੱਕ ਕਰਦੇ ਹਾਂ, ਉਹ ਪੁੱਛਦਾ ਆਰ ਯੂ ਸ਼ੋਰ, ਮੈਂ ਕਹੂੰਗਾ ਯੈਸ, ਮੇਰੇ ਨੂੰ ਪੇਮੈਂਟ ਉਤਾਰ ਦੇ। ਆਫਸੈਟ ਸਕਸੈਸਫੁਲ, ਦੇਣਾ ਵੀ ਕਲੀਅਰ ਹੋ ਗਿਆ, ਜਿਹੜੇ ਲੈਣੇ ਸੀਗੇ ਉਹ ਵੀ ਹੁਣ ਖਾਲੀ ਹੋ ਗਏ। ਹੁਣ ਮੈਂ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਪਰ ਹਾਲੇ ਵੀ ਰਿਟਰਨ ਨਹੀਂ ਭਰੇਗੀ। ਹਾਲੇ ਕੀ ਹੋਇਆ, ਪੇਮੈਂਟ ਹੋ ਗਈ। ਹੁਣ ਲਾਸਟ ਸਟੈਪ ਹੈ ਪ੍ਰੋਸੀਡ ਟੂ ਫਾਈਲ, ਇਹਨੂੰ ਕਲਿੱਕ ਕਰੂੰਗਾ ਤਾਂ ਰਿਟਰਨ ਫਾਈਲ ਕਰਨ ਵਾਸਤੇ ਇਹ ਲਾਸਟ ਪ੍ਰੋਸੈਸ ਹੈ। ਇਹਨੂੰ ਕਲਿੱਕ ਕਰਨ 'ਤੇ ਰਿਟਰਨ ਭਰਨ ਦਾ OTP ਜਾਊਗਾ ਓਨਰ ਕੋਲ। ਮੈਨੂੰ ਓਨਰ ਤੋਂ ਪਾਸਵਰਡ ਲੈਣਾ ਪਊਗਾ। ਦੇਖਦਾ, ਜੇ ਓਨਰ ਤੋਂ OTP ਮਿਲ ਜਾਵੇ ਫਿਰ ਮੈਂ ਰਿਟਰਨ ਹੁਣੇ ਭਰ ਦੂੰਗਾ, ਨਹੀਂ ਤਾਂ ਫਿਰ ਮੈਨੂੰ ਬਾਅਦ 'ਚ ਭਰਨੀ ਪਊਗੀ। ਇੱਥੇ ਮੈਂ ਆ ਭਰ ਕੇ ਆ ਕਰਤਾ ਕਲਿੱਕ। ਹੁਣ ਮੈਂ ਫ਼ੋਨ ਲਾ ਲਿਆ, ਓਨਰ ਤੋਂ ਆਪਾਂ OTP ਲੈ ਲਈਏ ਜੇ ਮਿਲ ਗਿਆ ਤਾਂ। ਹਾਂਜੀ ਸਰ, ਤੁਹਾਨੂੰ OTP ਆਇਆ ਹੋਊਗਾ, ਇੱਕ ਦਿਓ ਜੀ। C ਫਾਰ ਕੈਨੇਡਾ, ਅੱਗੇ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। 1 ਮਿੰਟ ਜੀ, ਬਸ ਜਿਹੜੀ ਪੇਮੈਂਟ ਹੈ ਨਾ ਔਨਲਾਈਨ ਕਰਤੀ ਸੀ, ਕਿ ਤੁਹਾਡੇ ਕੋਲ ਮੈਸੇਜ ਆ ਗਿਆ ਸੀ 6100 ਪਤਾ ਨਹੀਂ ਕਿੰਨੇ ਰੁਪਏ ਦੀ ਪੇਮੈਂਟ ਹੈ ਨਾ ਜੀ, ਉਹ ਮੈਂ ਆਪਣੇ ਬੈਂਕ 'ਚ ਔਨਲਾਈਨ ਪੇ ਕਰਤਾ ਸੀ।
ਠੀਕ ਹੈ ਠੀਕ ਹੈ ਜੀ, ਓਕੇ ਜੀ, ਥੈਂਕ ਯੂ ਸਰ। ਰਿਟਰਨ ਭਰੇਗੀ ਜੀ। ਹੈਲੋ, ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ